ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਦਲਿਤਾਂ ਦੇ ਨਾਮ ਤੇ ਹੋ ਰਹੀ ਸਿਆਸਤ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਉੱਘੇ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਹਮੀਰ ਸਿੰਘ ਜੀ, ਪੰਜਾਬ ਵਿੱਚ ਪਿਛਲੇ ਲੰਬੇ ਸਮੇਂ ਤੋਂ ਦਲਿਤਾਂ ਨੂੰ ਜਿਹੜਾ ਸੀ ਨਜ਼ਰਅੰਦਾਜ਼ ਕੀਤਾ ਜਾ ਰਿਹਾ ਸੀ, ਪਰ ਜਿਵੇਂ ਜਿਵੇਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਨੇ, ਸਾਰੀ ਸਿਆਸੀ ਪਾਰਟੀਆਂ ਦਲਿਤ ਵਰਗ ਨੂੰ ਜਿਹੜਾ ਹੈ ਖੁਸ਼ ਕਰਨ 'ਚ ਲੱਗੀਆਂ ਹੋਈਆਂ ਨੇ। ਕੱਲ੍ਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਦੱਸ ਕੇ ਹਟੇ ਨੇ ਵੀ ਕਿ ਅਸੀਂ ਜਿਹੜਾ ਹੈਗਾ ਆਪਣੇ ਫੰਡ ਬਜਟ ਵਿੱਚੋਂ 30% ਹਿੱਸਾ ਜਿਹੜਾ ਹੈਗਾ ਦਲਿਤਾਂ ਦੀ ਭਲਾਈ ਲਈ ਖਰਚ ਕੀਤਾ। ਉੱਥੇ ਹੀ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਤਾਂ ਐਲਾਨ ਵੀ ਕਰਤਾ ਹੈ ਵੀ ਕਿ ਸਾਡੀ ਸਰਕਾਰ ਬਣਨ 'ਤੇ ਉਪ ਮੁੱਖ ਮੰਤਰੀ ਦਾ ਚਿਹਰਾ ਜਿਹੜਾ ਹੈਗਾ ਉਹ ਦਲਿਤ ਵਰਗ ਤੋਂ ਸੰਬੰਧਿਤ ਹੋਵੇਗਾ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੀ ਦਲਿਤਾਂ ਦੇ ਨਾਂ 'ਤੇ ਜਿਹੜੀ ਹੈ ਵੋਟ ਲੈਂਦੀ ਆਈ ਹੈ ਅਤੇ ਭਾਰਤੀ ਜਨਤਾ ਪਾਰਟੀ ਨੇ ਤਾਂ ਮੁੱਖ ਮੰਤਰੀ ਦਾ ਚਿਹਰਾ ਤੱਕ ਦਲਿਤ ਵਰਗ ਤੋਂ ਹੋਣ ਦਾ ਜਿਹੜਾ ਐਲਾਨ ਕਰ ਦਿੱਤਾ ਹੈ। ਅਸੀਂ ਜਾਣਨਾ ਚਾਹਾਂਗੇ, ਜਿਵੇਂ ਜਿਵੇਂ ਚੋਣਾਂ ਨਜ਼ਦੀਕ ਆ ਰਹੀਆਂ ਨੇ, ਇਸ ਵਾਰ ਜਿਹੜਾ ਹੈਗਾ ਸਿਆਸੀ ਪਾਰਟੀਆਂ ਨੂੰ ਦਲਿਤ ਵਰਗ ਦੀ ਇੰਨੀ ਫਿਕਰ ਕਿਉਂ ਹੋ ਰਹੀ ਹੈ? ਅਸਲ ਦੇ ਵਿੱਚ ਜਿਹੜਾ ਸਾਡਾ ਸਿਸਟਮ ਹੈ ਨਾ ਹੁਣ ਵੋਟ ਦਾ, ਜੀ, ਇਹ ਵੋਟ ਦਾ ਸਿਸਟਮ ਕੇਵਲ ਵੋਟ ਹੀ ਦੇਖਦਾ, ਵੋਟ ਤੋਂ ਬਾਹਰ ਕੁਝ ਨਹੀਂ ਦੇਖਦਾ। ਜਿਹੜੇ ਤਰੀਕੇ ਦੇ ਨਾਲ ਵੀ ਵੋਟ ਮਿਲਦੀ ਹੋਵੇ, ਹੁਣ ਕਿਉਂਕਿ ਪਿਛਲੇ ਕਾਫੀ ਦਿਨਾਂ ਦੇ ਵਿੱਚੋਂ ਇੱਕ ਮਾਹੌਲ ਉੱਭਰ ਰਿਹਾ ਹੈ। ਕਿਸਾਨ ਅੰਦੋਲਨ ਹੈ, ਕਿਸਾਨ ਅੰਦੋਲਨ ਦੇ ਵਿੱਚ ਇੱਕ ਬੜੇ ਵੱਡੇ ਅੰਦੋਲਨ ਦੇ ਵਿੱਚ ਗੌਰਮੈਂਟ ਵੀ ਫਸੀ ਆ ਔਰ ਲੰਮਾ ਅੰਦੋਲਨ ਚੱਲ ਰਿਹਾ। ਔਰ ਇਹ ਕਿਸਾਨ ਅੰਦੋਲਨ ਇਹ ਵੀ ਕਿਹਾ ਜਾ ਰਿਹਾ ਕਿ ਜਨਤਕ ਅੰਦੋਲਨ ਬਣ ਚੁੱਕਿਆ, ਮਤਲਬ ਕਿਸਾਨਾਂ ਦੇ ਨਾਲ ਹੋਰ ਵਰਗਾਂ ਦੀ ਵੀ ਹਮਾਇਤ ਹੈ। ਅਤੇ ਉਹਦੇ ਨਾਲ ਦੀ ਨਾਲ ਇੱਕ ਇਹ ਕੋਸ਼ਿਸ਼ ਵੀ ਹੋ ਰਹੀ ਹੈ ਬੜੇ ਵੱਡੇ ਪੱਧਰ 'ਤੇ ਕਿਸਾਨਾਂ ਵੱਲੋਂ ਔਰ ਕਿਸਾਨ ਆਗੂਆਂ ਵੱਲੋਂ ਅਤੇ ਉਸ ਪੱਧਰ ਦੇ ਉੱਤੇ ਵੀ ਕਿ ਇਸ ਅੰਦੋਲਨ ਦੇ ਵਿੱਚ ਜਿਹੜੀਆਂ ਮਜ਼ਦੂਰ ਜਥੇਬੰਦੀਆਂ ਨੇ ਕੇਵਲ ਉਹਨਾਂ ਦੇ ਲੈਵਲ ਦੇ ਹੀ ਬੰਦੇ, ਉਹਨਾਂ ਦੇ ਨਾਲ ਜੁੜੇ ਬੰਦੇ ਹੀ ਨਾ ਹੋਣ, ਬਾਕੀ ਦੇ ਦਲਿਤ ਪਰਿਵਾਰਾਂ ਨੂੰ ਵੀ ਕਿਵੇਂ ਸ਼ਾਮਲ ਕੀਤਾ ਜਾਏ। ਚਾਹੇ ਉਹ ਮਜ਼ਦੂਰ ਪੰਚਾਇਤਾਂ, ਮਹਾਂ ਪੰਚਾਇਤਾਂ ਹੋ ਰਹੀਆਂ ਨੇ ਨਾਭੇ 'ਚ, ਲੁਧਿਆਣੇ 'ਚ, ਇੱਥੇ ਈਵਨ ਹਰਿਆਣੇ ਦੇ ਵਿੱਚ ਵੀ ਚੱਡੂ ਨਿਉਣੀ ਗਏ ਨੇ, ਇੱਕ ਦਲਿਤ ਮਹਾਂ ਪੰਚਾਇਤ ਬਣਾਈ ਹੈ। ਉਹ ਸਾਰਾ ਇੱਕ ਰੁਝਾਨ ਉਸ ਪਾਸੇ ਵੱਲ ਹੈ ਕਿ ਕਿਵੇਂ ਕਿਸਾਨ, ਮਜ਼ਦੂਰ ਅਤੇ ਬਾਕੀ ਲੋਕ ਸਾਂਝੇ ਤੌਰ 'ਤੇ ਇਕੱਠੇ ਹੋ ਕੇ ਇੱਕ ਜੱਦੋ ਜਹਿਦ 'ਚ ਪੈਣ ਸਰਕਾਰ ਦੇ ਖਿਲਾਫ। ਜੀ, ਹੁਣ ਸਾਡੀਆਂ ਪੋਲੀਟੀਕਲ ਧਿਰਾਂ ਜਿਹੜੀਆਂ ਸਾਰੀਆਂ ਨੇ, ਉਹ ਕਿਸਾਨ ਅੰਦੋਲਨ ਜਾਂ ਜਿਹੜਾ ਇਹ ਟੋਟਲ ਅੰਦੋਲਨ ਹੈ, ਇਹਦੇ ਲਈ ਉਹਨਾਂ ਕੋਲ ਕਹਿਣ ਨੂੰ ਕੁਝ ਨਹੀਂ। ਖੇਤੀ ਦੀ ਪਾਲਿਸੀ ਉਹਨਾਂ ਨੇ ਅੱਜ ਤੱਕ ਨਹੀਂ ਬਣਾਈ ਕੋਈ, ਉਹਨਾਂ ਕੋਲ ਕੁਝ ਨਹੀਂ, ਬਾਕੀ ਨਹੀਂ ਹੈ। ਜੀ, ਇਸ ਲਈ ਹੁਣ ਕੀ ਬਣ ਰਿਹਾ ਕਿ ਸਾਡੇ ਜਿਹੜਾ ਇੱਕ ਕਾਫੀ ਲੰਮੇ ਸਮੇਂ ਤੋਂ ਹੀ ਰਿਵਾਜ ਧਾਰਮਿਕ ਤੌਰ 'ਤੇ ਵੀ ਹੈ, ਜਿੱਥੇ ਹਿੰਦੂ ਜ਼ਿਆਦਾ ਨੇ ਉੱਥੇ ਹਿੰਦੂ ਖੜਾ ਕਰਨਾ, ਸਿੱਖ ਜ਼ਿਆਦਾ ਨੇ ਸਿੱਖ ਖੜਾ ਕਰਨਾ, ਮੁਸਲਿਮ ਜ਼ਿਆਦਾ ਨੇ ਮੁਸਲਿਮ ਖੜੇ ਕਰਨਾ। ਬਿਲਕੁਲ, ਇਹ ਸਾਰੀਆਂ ਚੀਜ਼ਾਂ ਮਤਲਬ ਸਾਡੀ ਇੱਕ ਮੈਨੇਜਮੈਂਟ ਹੋ ਗਈ, ਜਿਹਨੂੰ ਅਸੀਂ ਕਹਿ ਰਹੇ ਹਾਂ ਵੀ ਜਾਤਾਂ ਦੀ ਵੀ ਮੈਨੇਜਮੈਂਟ ਹੋ ਜਾਂਦੀ ਹੈ ਅਤੇ ਆਪਸ ਦੇ ਵਿੱਚ ਵੀ ਇੰਨੀਆਂ ਮੇਰੀਆਂ, ਇੰਨੀਆਂ ਤੇਰੀਆਂ। ਜੇ ਇਹਨੂੰ ਇੱਕ ਨਾਂ ਦਿੱਤਾ ਗਿਆ ਸੀ ਪਹਿਲਾਂ ਜਦੋਂ ਯੂਪੀ 'ਚ ਅਤੇ ਬਾਕੀ ਜਗ੍ਹਾ 'ਚ ਹੁੰਦੀ ਸੋਸ਼ਲ ਇੰਜੀਨੀਅਰਿੰਗ। ਜੀ, ਸੋਸ਼ਲ ਸੋਸ਼ਲ ਇੰਜੀਨੀਅਰਿੰਗ ਕੀਤੀ ਜਾ ਰਹੀ ਹੈ। ਹੁਣ ਸਾਡੀਆਂ ਪਾਰਟੀਆਂ ਵੀ ਮੇਰੇ ਖਿਆਲ ਹੈ ਯੂਪੀ ਵਾਂਗ ਸੋਸ਼ਲ ਇੰਜੀਨੀਅਰਿੰਗ 'ਤੇ ਆ ਗਈਆਂ ਨੇ। ਔਰ ਇਹ ਯਾਦ ਹੋਣਾ ਸਾਰੇ ਦਰਸ਼ਕਾਂ ਦੇ ਕਿ ਜਦੋਂ ਪਹਿਲਾਂ 17 ਦੀ ਜਿਹੜੀ ਵਿਧਾਨ ਸਭਾ ਚੋਣ ਸੀ, ਉਦੋਂ ਪਹਿਲੀ ਵਾਰ ਆਮ ਆਦਮੀ ਪਾਰਟੀ ਨੇ ਕਿਹਾ ਕਿ ਸਾਡਾ ਜਿਹੜਾ ਡਿਪਟੀ ਚੀਫ ਮਿਨਿਸਟਰ ਹੋਏਗਾ ਉਹ ਦਲਿਤ ਹੋਏਗਾ। ਜੀ, ਦੇਖੋ ਜੀ, ਅਸੀਂ ਦਲਿਤਾਂ ਦੀਆਂ ਵੋਟਾਂ ਐ ਲੈਂਦੇ ਹਾਂ। ਹੁਣ ਸੁਖਬੀਰ ਬਾਦਲ ਨੇ ਕਹਿਤਾ ਸਾਡਾ ਡਿਪਟੀ ਚੀਫ ਮਿਨਿਸਟਰ ਦਲਿਤ ਹੋਏਗਾ। ਇਦੋਂ ਪਹਿਲਾਂ ਮਤਲਬ ਬੀਜੇਪੀ ਟਰਾਈ ਕਰ ਹੀ ਰਹੀ ਹੈ, ਥੋੜ੍ਹਾ ਬਹੁਤ ਕਿਸੇ ਨੇ ਸੰਕੇਤ ਵੀ ਦਿੱਤਾ ਵੀ ਸਾਡਾ ਤਾਂ ਚੀਫ ਮਿਨਿਸਟਰ ਵੀ ਹੋ ਸਕਦਾ। ਉਹਨੂੰ ਲੱਗ ਰਿਹਾ ਕਿ ਦਲਿਤਾਂ ਨੂੰ ਅਤੇ ਹਿੰਦੂਆਂ ਨੂੰ ਮਿਲਾ ਕੇ ਅਸੀਂ ਇੱਕ ਗੈਰ ਜੱਟ ਮਤਲਬ ਇੱਕ ਕੰਬੀਨੇਸ਼ਨ ਬਣਾ ਸਕਦੇ ਹਾਂ, ਜਿਹੜਾ ਹਰਿਆਣੇ ਵਾਲਾ ਫਾਰਮੂਲਾ ਉਹਨੂੰ ਦੁਹਰਾਉਣ ਦਾ। ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਇਹ ਕਿਸੇ ਵਰਗ ਦੀ ਜ਼ਿੰਦਗੀ ਸੁਧਾਰਨ ਵਾਲੀਆਂ ਨਹੀਂ, ਕਿਸੇ ਏਜੰਡੇ ਵਾਲੀਆਂ ਨਹੀਂ, ਕਿਸੇ ਉਸ ਲੈਵਲ 'ਤੇ ਨਹੀਂ ਹੈ। ਕੇਵਲ ਸਿੰਬੋਲਿਕ ਗੱਲਾਂ ਕਰਕੇ, ਕੁਝ ਸੰਕੇਤਕ ਚੀਜ਼ਾਂ ਦਿਖਾ ਕੇ ਕਿ ਦੇਖੋ ਤੁਹਾਡਾ ਆਹ ਦਿਆਂਗੇ, ਇਹਦੇ 'ਚ ਕੀ ਹੈ, ਇਹਦੇ 'ਚ ਕੁਝ ਵੀ ਦੇਣ ਲੈਣ ਨੂੰ ਲੋੜ ਨਹੀਂ ਹੈ। ਹੋਰ ਇਹਦਾ ਮਤਲਬ ਇਹ ਨਹੀਂ ਹੈ ਕਿ ਦਲਿਤ ਭਾਈਚਾਰੇ ਦਾ ਨੁਮਾਇੰਦਗਾ ਜਾਂ ਉਹਨਾਂ 'ਚੋਂ ਕੋਈ ਚੀਫ ਮਿਨਿਸਟਰ ਨਹੀਂ ਬਣਨਾ ਚਾਹੀਦਾ, ਜਾਂ ਉਹਨਾਂ 'ਚੋਂ ਕੋਈ ਡਿਪਟੀ ਚੀਫ ਮਿਨਿਸਟਰ ਨਹੀਂ ਬਣਨਾ ਚਾਹੀਦਾ, ਜਾਂ ਮੰਤਰੀ ਨਹੀਂ ਉਸ ਲੈਵਲ 'ਤੇ ਬਣਨੇ ਚਾਹੀਦੇ। ਪਰ ਸਵਾਲ ਇਹ ਹੈ ਕਿ ਇਹ ਇੱਕ ਨਾਅਰਾ ਦੇ ਕੇ ਤੁਸੀਂ ਕਰਨਾ ਕੀ ਚਾਹੁੰਦੇ ਹੋ ਕਿ ਇੱਕ ਵੱਡੇ ਵਰਗ ਨੂੰ ਇਹ ਦਿਖਾਉਣਾ ਚਾਹੁੰਦੇ ਹੋ ਤੁਹਾਡਾ ਇੱਕ ਬੰਦਾ ਅਸੀਂ ਲੈ ਰਹੇ ਹਾਂ, ਸਾਰੀਆਂ ਵੋਟਾਂ ਸਾਨੂੰ ਪਾ ਦਿਓ ਜੀ, ਅਤੇ ਇੱਕ ਤੁਹਾਡੇ ਲਈ ਕੀ ਕਰਾਂਗੇ, ਕੁਝ ਨਹੀਂ। ਕੇਵਲ ਇਸੇ ਲਈ ਅਸੀਂ ਇਹ ਕਹਾਂਗੇ, ਜਿਵੇਂ ਦੇਸ਼ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਅਸੀਂ ਰਾਸ਼ਟਰਪਤੀ ਜੀ ਇੱਕ ਵਾਰ ਮੁਸਲਿਮ ਬਣਾਤਾ, ਦੂਜੀ ਵਾਰ ਫਿਰ ਇੱਕ ਵਾਰ ਫਿਰ ਮੁਸਲਿਮ ਬਣਾਤਾ, 2 ਮੁਸਲਿਮ ਰਾਸ਼ਟਰਪਤੀ ਦੇਤੇ ਦੇਸ਼ ਨੂੰ, ਅਤੇ ਇੱਕ ਸਿੱਖ ਰਾਸ਼ਟਰਪਤੀ ਬਣਾਤਾ। ਤਾਂ ਜਦੋਂ ਰਿਪੋਰਟਾਂ ਆਉਂਦੀਆਂ ਨੇ, ਜਦੋਂ ਸੱਚਰ ਕਮੇਟੀ ਦੀ ਰਿਪੋਰਟ ਆਉਂਦੀ ਹੈ ਦੇਸ਼ ਦੇ ਵਿੱਚ ਕਿ ਮੁਸਲਮਾਨਾਂ ਦਾ ਹਾਲ ਕੀ ਹੈ ਪੜ੍ਹਾਈ ਦੇ ਪੱਖ ਤੋਂ, ਸਮਾਜਿਕ ਤਰੱਕੀ ਦੇ ਪੱਖ ਤੋਂ, ਤਾਂ ਉਹ ਅੰਕੜੇ ਬਹੁਤ ਚੁਕਾਉਣ ਵਾਲੇ ਨੇ ਕਿ ਬਹੁਤ ਸਭ ਤੋਂ ਪਿਛੜੇ ਹੋਏ ਜਿਹੜਾ ਵਰਗ ਉਸ ਲੈਵਲ 'ਤੇ ਰਹਿ ਗਿਆ। ਇਸੇ ਢੰਗ ਨਾਲ ਚਰਚਾ ਤਾਂ ਇਹ ਹੋਣੀ ਚਾਹੀਦੀ ਸੀ ਕਿ ਜਿਹੜੇ ਸਮੁੱਚੇ ਵਿਕਾਸ ਹੈ, ਉਸ ਵਿਕਾਸ 'ਚ ਹਿੱਸੇਦਾਰੀ ਕਿਹਦੀ ਕਿੰਨੀ ਹੈ, ਕਿਵੇਂ ਹੈ, ਕਿਉਂ ਨਹੀਂ ਹੋਈ, ਇਹ ਸਾਰੀਆਂ ਚੀਜ਼ਾਂ ਤੁਸੀਂ
ਮਤਲਬ ਪਾਸੇ ਰੱਖ ਕੇ ਕੇਵਲ ਇੱਕ ਨੁਕਾਤੀ ਪ੍ਰੋਗਰਾਮ ਕਰਕੇ ਕਿ ਮੈਂ ਤੁਹਾਡੇ ਇੱਕ ਬੰਦੇ ਨੂੰ ਆਹ ਪੋਸਟ ਦੇ ਦੂੰਗਾ, ਔਰ ਜਿਹੜੇ ਬੰਦਿਆਂ ਨੂੰ ਜਿਨ੍ਹਾਂ ਨੂੰ ਪੋਸਟਾਂ ਦਿੱਤੀਆਂ ਨੇ, ਜੇ ਹੁਣ ਜੱਟ ਕਿਸਾਨੀ ਨੇ ਪੋਸਟਾਂ ਦਿੱਤੀਆਂ ਨੇ ਸਾਰਿਆਂ ਨੂੰ ਕਿ ਚੀਫ ਮਿਨਿਸਟਰ ਜੱਟ ਹੁੰਦਾ ਜੀ ਪੰਜਾਬ ਦਾ, ਜੀ ਉਹ ਤਾਂ ਖੁਦਕਸ਼ੀਆਂ ਕਰ ਰਹੇ ਨੇ, ਉਹਨਾਂ ਨੂੰ ਕੀ ਦੇਤਾ ਫਿਰ ਉਹਨਾਂ ਨੇ ਉਸ ਲਿਹਾਜ਼ ਦੇ ਨਾਲ। ਬਿਲਕੁਲ। ਤੇ ਜੇ ਇਹ ਕਹਿਤਾ ਵੀ ਹਿੰਦੂ ਪ੍ਰਾਈਮ ਮਿਨਿਸਟਰ ਜੀ ਹਿੰਦੂ ਰਾਜ ਹੋਊਗਾ, ਤਾਂ ਮੈਜੋਰਟੀ ਹਿੰਦੂ ਤਾਂ ਜਿਹੜੇ ਮਤਲਬ ਫੂਡ ਸਿਕਿਉਰਿਟੀ ਐਕਟ ਦੇ ਤਹਿਤ ਆਉਂਦੇ ਨੇ, 67% ਪਾਪੂਲੇਸ਼ਨ ਹੈ, ਉਹ 'ਚ ਬਹੁਗਿਣਤੀ ਤਾਂ ਹਿੰਦੂ ਹੀ ਨੇ ਕਿਉਂਕਿ ਆਬਾਦੀ ਜ਼ਿਆਦਾ ਹੈ। ਉਹਨਾਂ ਦੇ ਬੱਚੇ ਨੂੰ ਕੋਈ ਰੁਜ਼ਗਾਰ ਮਿਲ ਰਿਹਾ, ਉਹਨਾਂ ਨੂੰ ਖਾਣ ਪੀਣ ਥੋੜ੍ਹੀ ਮਿਲ ਰਿਹਾ। ਇਹ ਜਿਹੜੇ ਸਵਾਲ ਨੇ, ਇਹ ਸਵਾਲ ਐਡਰੈਸ ਨਹੀਂ ਉਹ ਕਰਨਾ ਚਾਹੁੰਦੇ ਕਿਉਂਕਿ ਔਖੇ ਸਵਾਲ ਨੇ, ਰੁਜ਼ਗਾਰ ਦੇ ਸਵਾਲ, ਬਾਕੀ ਸਵਾਲ। ਇਹ ਸਵਾਲ ਜਿਹੜੇ ਸਗੂਫੇ ਵਾਲੇ ਨੇ ਕਿ ਇੱਕ ਬੰਦੇ ਨੂੰ ਤਾਂ ਬਣਾਉਣਾ ਹੀ ਆ, ਕਿਸੇ ਨੂੰ ਬਣਾ ਲਾਂਗੇ। ਇਹਦੇ 'ਚੋਂ ਇਹ ਵੀ ਕੱਢਿਆ ਜਾ ਰਿਹਾ ਫਿਰ ਕਿ BSP ਨਾਲ ਅਕਾਲੀ ਦਲ ਦਾ ਹੋਊਗਾ ਜਾਂ ਬਾਕੀ ਦਾ ਹੋਊਗਾ। ਇਹ ਸੋਸ਼ਲ ਇੰਜੀਨੀਅਰਿੰਗ ਦੀ ਗੇਮ ਇਸ ਤਰੀਕੇ ਦੇ ਨਾਲ ਕੀਤੀ ਜਾ ਰਹੀ ਹੈ, ਔਰ ਜਿਹਦਾ ਪ੍ਰੈਕਟੀਕਲੀ ਮੇਰਾ ਖਿਆਲ ਹੈ ਕਿ ਜਿਹੜੇ ਜੈਨੂਅਨ ਮੁੱਦੇ ਨੇ, ਜਾਇਜ਼ ਮੁੱਦੇ ਨੇ, ਉਹਨਾਂ ਤੋਂ ਧਿਆਨ ਪਾਸੇ ਹਟਾਉਣ ਦਾ ਵੀ ਇੱਕ ਮਾਮਲਾ ਹੈ ਤੇ ਇੱਕ ਸਿਆਸੀ ਸਗੂਫ ਹੈ ਜਿਹੜੀਆਂ ਸਾਰੀਆਂ ਪਾਰਟੀਆਂ ਲੱਗੀਆਂ ਨੇ। ਅਮਰਿੰਦਰ ਸਿੰਘ ਨੇ ਕਹਿਤਾ ਜੀ ਹੁਣ 30% ਸਕੀਮਾਂ ਜਿਹੜੀਆਂ ਨੇ ਉਹ ਦਲਿਤਾਂ ਲਈ ਹੋਣਗੀਆਂ। ਪਹਿਲਾਂ ਕੌਣ ਰੋਕਦਾ ਜੀ? ਇਦੋਂ ਪਹਿਲਾਂ ਜਿਹੜੀਆਂ ਸਪੈਸ਼ਲ ਕੰਪੋਨੈਂਟ ਪਲਾਨਜ ਨੇ ਬਣ ਰਹੀਆਂ ਨੇ ਗਵਰਨਮੈਂਟ ਆਫ ਇੰਡੀਆ 'ਚ, ਜਿਹੜੀਆਂ 33% ਦੇ ਕਰੀਬ ਲਗਭਗ ਜਾਂਦੀਆਂ ਨੇ, ਉਹਨਾਂ ਦੀ ਕਾਰਗੁਜ਼ਾਰੀ ਕੀ ਹੈ ਤੇ ਕਿੱਥੇ ਕੀ ਕੀਤਾ ਉਹਦਾ ਲੇਖਾ ਜੋਖਾ ਤਾਂ ਕਰ ਲਓ। ਬਿਲਕੁਲ। ਉਹ ਤਾਂ ਦੇ ਦਿਓ ਕਿ ਉਹਨਾਂ 'ਚੋਂ ਕੀ ਕਿੱਥੇ ਤੱਕ ਪਹੁੰਚਿਆ, ਕਿੱਥੇ ਤੱਕ ਨਹੀਂ ਪਹੁੰਚਿਆ। ਉਹ ਤਾਂ ਕੋਈ ਲੇਖਾ ਜੋਖਾ ਕਰਨ ਲਈ ਤਿਆਰ ਨਹੀਂ ਹੈ। ਇੱਕ ਨਵਾਂ ਜਿਹੜਾ ਇੱਕ ਜਾਦੂ ਦੀ ਛੜੀ ਲੈ ਕੇ ਤੁਸੀਂ ਆ ਰਹੇ ਹੋ। ਇਹ ਮੇਰਾ ਖਿਆਲ ਹੈ ਦਲਿਤ ਭਾਈਚਾਰੇ ਨੂੰ ਵੀ ਗੁੰਮਰਾਹ ਕਰਨ ਦਾ ਤਰੀਕਾ ਹੈ। ਇਹ ਲੋਕ ਓਵਰਆਲ ਪੰਜਾਬ ਦੇ ਲੋਕਾਂ ਨੂੰ ਵੀ ਗੁੰਮਰਾਹ ਕਰਨ ਦਾ ਇੱਕ ਜ਼ਰੀਆ ਬਣ ਰਿਹਾ ਸਾਰੀਆਂ ਪਾਰਟੀਆਂ ਨਾਲ ਮਿਲ ਕੇ, ਔਰ ਹੋਰ ਕੋਈ ਨਹੀਂ ਹੈ ਕਿ ਉਹਨਾਂ ਕੋਲ ਏਜੰਡਾ ਕੋਈ ਨਹੀਂ ਹੈ ਇਸ ਪੱਧਰ ਦਾ। ਜੀ ਹਮੀਰ ਸਿੰਘ ਜੀ, ਜਿਵੇਂ ਤੁਸੀਂ ਦੱਸਿਆ ਵੀ ਕਿ ਰਾਜਨੀਤਿਕ ਪਾਰਟੀਆਂ ਪਹਿਲਾਂ ਵੀ ਕਿਸੇ ਜਾਤੀ ਜਾਂ ਵਰਗ ਦੇ ਕਿਸੇ ਨੁਮਾਇੰਦੇ ਨੂੰ ਇੱਕ ਪੋਸਟ ਦੇ ਕੇ ਖੁਸ਼ ਕਰਨ ਦੀਆਂ ਕੋਸ਼ਿਸ਼ਾਂ ਕਰਦੀਆਂ ਨੇ, ਇਸੇ ਤਰ੍ਹਾਂ ਜਿਹੜਾ ਹੈ ਪੰਜਾਬ ਦੀ ਸਿਆਸੀ ਪਾਰਟੀਆਂ ਵੀ ਦਲਿਤ ਵਰਗ ਨੂੰ ਲੈ ਕੇ ਐਲਾਨ ਤਾਂ ਵੱਡੇ ਵੱਡੇ ਕਰ ਰਹੀਆਂ ਨੇ। ਅਸੀਂ ਜਾਣਨਾ ਚਾਹਾਂਗੇ ਇਹਦੇ ਨਾਲ ਕੋਈ ਦਲਿਤ ਵਰਗ ਦੇ ਲੋਕਾਂ ਦੇ ਜੀਵਨ ਪੱਧਰ 'ਚ ਸੁਧਾਰ ਹੋਵੇਗਾ ਕਿ ਇਹ ਵੀ ਜਿਹੜੇ ਹੈਗੇ ਆ ਚੋਣ ਵਾਅਦਿਆਂ ਦੀ ਤਰ੍ਹਾਂ ਹੀ ਰਹਿ ਜਾਣਗੇ ਵੀ ਕਿ ਜਿਹੜੇ ਐਲਾਨ ਤਾਂ ਵੱਡੇ ਵੱਡੇ ਹੁੰਦੇ ਨੇ ਪਰ ਉਹਨਾਂ ਦੀ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੁੰਦੀ ਹੈ। ਮੰਨ ਲਓ ਇਹਦੇ ਨਾਲ ਕੀ ਫਰਕ ਪਊਗਾ? ਪਿਛਲੇ ਲੰਮੇ ਸਮੇਂ ਤੋਂ ਤੁਸੀਂ ਵਿੱਦਿਆ ਦਾ ਵਪਾਰੀਕਰਨ ਕਰਤਾ ਤੇ ਪ੍ਰਾਈਵੇਟ ਨਿੱਜੀਕਰਨ ਕਰਤਾ। ਉਹਦੇ ਨਾਲ ਹੁਣ ਕੀ ਹੋਇਆ ਪਿਛਲੇ 3 ਦਹਾਕਿਆਂ 'ਚ? ਉੱਥੇ ਹੋਇਆ ਇਹ ਹੈ ਕਿ ਗੌਰਮੈਂਟ ਸਕੂਲਾਂ ਦੇ ਵਿੱਚ ਜਾਂ ਦਲਿਤਾਂ ਦੇ ਜਵਾਕ ਰਹਿ ਗਏ 70% ਤੋਂ ਉੱਪਰ, ਜਾਂ ਬਹੁਤ ਹੋਰ ਗਰੀਬ ਜਿਹੜਾ ਬਹੁਤ ਜ਼ਿਆਦਾ ਗਰੀਬ ਹੈ, ਅਤੇ ਉਹਨਾਂ ਤੋਂ ਤੁਸੀਂ ਪੜ੍ਹਾਈ ਖੋਹ ਲਈ ਹੈ ਉਸ ਪੱਧਰ ਦੇ ਉੱਤੇ ਇੱਕ ਲੈਵਲ ਦੀ, ਅਤੇ ਤੁਸੀਂ ਨਹੀਂ ਕੁਛ ਵੀ ਕੰਮ ਕਰ ਰਹੇ ਉਸ ਪੱਧਰ 'ਤੇ। ਇਹੀ ਹਾਲ ਤੁਸੀਂ ਹਸਪਤਾਲਾਂ ਦਾ ਕਰਤਾ, ਸਿਹਤ ਦਾ ਨਿੱਜੀਕਰਨ ਕਰਕੇ ਅਤੇ ਵਪਾਰੀਕਰਨ ਕਰਕੇ। ਜਿਹਦੀ ਜੇਬ 'ਚ ਪੈਸੇ ਨੇ ਉਹ ਮਹਿੰਗੇ ਹਸਪਤਾਲ 'ਚ ਇਲਾਜ ਕਰਾ ਲੇ, ਦੂਜੇ 'ਚ ਤੁਸੀਂ ਨਾ ਡਾਕਟਰ ਦੇ ਰਹੇ ਹੋ ਪ੍ਰੋਪਰ, ਅਤੇ ਨਾ ਦਵਾਈਆਂ ਦੇ ਰਹੇ ਹੋ, ਅਤੇ ਨਾ ਕੋਈ ਐਸਾ ਸਿਸਟਮ ਦੇ ਰਹੇ ਹੋ, ਅਤੇ ਉਹ ਇਲਾਜ ਕਿੱਥੇ ਕਰਾਏ? ਜ਼ਿੰਦਗੀ ਕਿਹਦੇ ਨਾਲ ਜੁੜੀ ਹੈ? ਜ਼ਿੰਦਗੀ ਰੁਜ਼ਗਾਰ ਨਾਲ ਜੁੜੀ ਹੈ। ਤੁਸੀਂ ਕਹਿੰਦੇ ਹੋ ਸਰਕਾਰੀ ਖੇਤਰ 'ਚ ਭਰਤੀ ਕਰਨੀ ਹੋਣੀ ਹੈ, ਜਾਂ ਕਿੰਨੀ ਕੀਤੀ ਹੈ ਦੱਸ ਦੇਣ। ਜੇ ਰਾਖਵੇਂ ਕਰਨ ਦਾ ਵੀ ਕਿਸੇ ਦਲਿਤ ਸੈਕਸ਼ਨ ਨੂੰ ਕਦੇ ਕੋਈ ਮਾੜਾ ਮੋਟਾ ਫਾਇਦਾ ਮਿਲੂਗਾ ਤਾਂ ਉਹ ਗੌਰਮੈਂਟ ਸੈਕਟਰ 'ਚ ਮਿਲੂਗਾ। ਗੌਰਮੈਂਟ ਸੈਕਟਰ 'ਚ ਤਾਂ ਤੁਹਾਡਾ ਮੁਲਾਜ਼ਮ ਜਿਹੜਾ 5 ਲੱਖ ਸੀ ਉਹ ਘਟ ਕੇ 2.25 ਲੱਖ 'ਤੇ ਆ ਗਿਆ, ਅਤੇ ਕਿੱਥੋਂ ਆਊਗਾ ਉਹ? ਮਤਲਬ ਰੁਜ਼ਗਾਰ ਕਿੱਥੋਂ ਮਿਲੂਗਾ? ਜੇ ਰੁਜ਼ਗਾਰ ਨਹੀਂ ਮਿਲੂਗਾ ਤਾਂ ਅੱਗੇ ਬੰਦਾ ਕਰੂਗਾ ਕੀ? ਔਰ ਇਸੇ ਢੰਗ ਦੇ ਨਾਲ ਤੁਹਾਡਾ ਜਿਹੜਾ ਗੈਰ ਸੰਗਠਿਤ ਖੇਤਰ ਦਾ ਵਰਗ ਹੈ, ਜਿਹਦੇ ਲਈ ਤੁਸੀਂ ਮਨਰੇਗਾ ਵਰਗੀ ਸਕੀਮ ਇੱਕ ਗੌਰਮੈਂਟ ਆਫ ਇੰਡੀਆ ਤੋਂ ਚਲਾਈ ਇਸ ਮਾਮਲੇ ਦੇ ਵਿੱਚ ਕਿ ਘੱਟੋ ਘੱਟ 100 ਦਿਨ ਰੁਜ਼ਗਾਰ ਦੀ ਗਰੰਟੀ ਹੈ। ਕਿਸ ਤਰੀਕੇ ਨਾਲ ਲਾਗੂ ਹੋ ਰਿਹਾ, ਕਿੰਨਾ ਮਿਲ ਰਿਹਾ, ਕਿੰਨਾ ਕੰਮ ਕਰਾ ਕੇ ਪੈਸੇ ਮਿਲ ਵੀ ਰਹੇ ਨੇ ਜਾਂ ਨਹੀਂ ਮਿਲ ਰਹੇ, ਉਹ ਕਾਨੂੰਨ ਲਾਗੂ ਵੀ ਹੋ ਰਿਹਾ ਜਾਂ ਨਹੀਂ। ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ 'ਤੇ ਉਹ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ। ਉਹਦੇ ਮੁਤਾਬਕ ਕਿਸੇ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ, ਉਹਦੇ ਮੁਤਾਬਕ ਪੇਮੈਂਟ ਨਹੀਂ ਮਿਲ ਰਹੀ, ਉਹਦੇ ਮੁਤਾਬਕ ਬੇਰੁਜ਼ਗਾਰੀ ਭੱਤਾ ਨਹੀਂ ਮਿਲ ਰਿਹਾ, ਕੁਝ ਵੀ ਨਹੀਂ ਮਿਲ ਰਿਹਾ ਜੀ। ਇਹ ਅੱਜ ਦੀ ਗੱਲ ਨਹੀਂ, ਇਹ 2006 ਤੋਂ ਹੈ। ਅਕਾਲੀ BJP ਵੀ ਰਹੀ ਹੈ, ਕਾਂਗਰਸ ਵੀ ਰਹੀ ਹੈ, ਅਤੇ ਸਾਰੇ ਲੋਕ ਉਸ ਲੈਵਲ 'ਤੇ ਰਹੇ ਨੇ। ਇਸ ਲਈ ਬੁਨਿਆਦੀ ਪੱਧਰ 'ਤੇ ਜਿਹੜੀ ਜ਼ਿੰਦਗੀ ਹੈ ਜੀ ਉਹ ਸੌਖੀ ਅਤੇ ਠੀਕ ਹੋ ਜੇ। ਔਰ ਤੁਹਾਡੇ ਕੋਲ ਤੁਸੀਂ ਇਹ ਕਿਹਾ ਸੀ ਚੀਫ ਮਿਨਿਸਟਰ ਨੇ ਤਾਂ ਇੱਥੇ ਅਸੈਂਬਲੀ ਦੇ ਵਿੱਚ ਕਿ ਦਲਿਤ ਮਜ਼ਦੂਰਾਂ ਦਾ ਤਾਂ ਸਾਡੇ ਕੋਲ ਡਾਟਾ ਹੀ ਹੈ ਨਹੀਂ ਜੀ। ਫਿਰ ਮਜ਼ਦੂਰ ਜਥੇਬੰਦੀਆਂ ਨੇ ਸਰਵੇ ਕਰਕੇ ਦਿਖਾਇਆ ਵੀ ਆਹ ਤਾਂ ਤੁਹਾਡੇ ਅੰਕੜਾ ਸਾਰ ਦੇ ਵਿੱਚ ਪਿਆ, ਤਾਂ ਸਾਡੀ ਗਿਣਤੀ ਕਿੰਨੀ ਹੈ, ਅਤੇ ਉਸ ਤੋਂ ਬਾਅਦ ਸਾਡੇ 'ਤੇ ਕਰਜ਼ਾ ਕਿੰਨਾ ਹੈ। ਔਰ ਉਹ ਕਰਜ਼ਾ ਜਿਹੜੇ ਉਹ ਲੜ ਰਹੇ ਨੇ ਬੰਦੇ ਮਾਈਕਰੋ ਫਾਈਨਾਂਸ ਕੰਪਨੀਆਂ ਦੇ ਖਿਲਾਫ, ਜਿਹਦੀ ਜਕੜ ਔਰਤਾਂ ਦੇ ਹਰ ਪਰਿਵਾਰ ਤੱਕ ਚਲੀ ਗਈ ਹੈ, ਦਲਿਤ ਪਰਿਵਾਰਾਂ ਤੱਕ ਖਾਸ ਤੌਰ ਦੇ ਉੱਤੇ। ਤੁਹਾਡੇ ਕੋਲ ਕੋਈ ਉਹਦੇ ਵਾਸਤੇ ਪ੍ਰੋਗਰਾਮ ਨਹੀਂ ਹੈ, ਕਿਸੇ ਵੀ ਤੇਰੇ ਕੋਲ ਕੋਈ ਪ੍ਰੋਗਰਾਮ ਨਹੀਂ ਹੈ। ਤਾਂ ਇਸ ਕਰਕੇ ਜਿਹੜਾ ਪ੍ਰੋਗਰਾਮ ਬੇਸਡ ਇੱਕ ਚੀਜ਼ ਹੁੰਦੀ ਹੈ ਕਿ ਅਸੀਂ ਇਸ ਤਰੀਕੇ ਦੇ ਨਾਲ ਤੁਹਾਡੀ ਸ਼ਮੂਲੀਅਤ ਕਰਾਵਾਂਗੇ। ਔਰ ਅੱਜ ਵੀ ਸਮਾਜਿਕ ਪੱਧਰ 'ਤੇ ਜੇਕਰ ਦੇਖਿਆ ਜਾਏ, ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਪਾਰਟੀਆਂ ਦੇ ਵਿੱਚ
ਪਾਰਟੀਆਂ ਦੇ ਵਿੱਚ ਜਿਹੜੇ ਦਲਿਤ ਆਗੂ ਕੰਮ ਕਰਦੇ ਨੇ ਉਹਨਾਂ ਦੀ ਹੈਸੀਅਤ ਕੀ ਹੈ, ਕਦੇ ਅੰਦਰ ਉਹਨਾਂ ਨੂੰ ਪੁੱਛ ਕੇ ਦੇਖ ਲਓ ਕਿ ਉਹਨਾਂ ਦੀ ਸਦ ਪੁੱਛ ਕਿੰਨੀ ਕੁ ਹੈ। ਸਾਰੀਆਂ ਪਾਰਟੀਆਂ ਦੇ ਅੰਦਰ ਜਿਹੇ ਜਿਹੇ ਵੀ ਹੈਗੇ ਨੇ। ਔਰ ਇਸੇ ਤਰੀਕੇ ਦੇ ਨਾਲ ਸਮਾਜ ਦੇ ਵਿੱਚ ਪੰਚਾਇਤੀ ਰਾਜ ਸੈਟਅਪ ਦੇ ਵਿੱਚ ਹੈ 50% ਔਰਤਾਂ ਨੇ ਤੇ ਆਬਾਦੀ ਦੇ ਲਿਹਾਜ਼ ਨਾਲ ਦਲਿਤਾਂ ਦੇ ਸਰਪੰਚ ਬਣਦੇ ਨੇ। ਕਿੰਨੇ ਸਰਪੰਚ ਆਪਦੇ ਆਪ ਸਰਪੰਚੀ ਕਰਦੇ ਨੇ ਜੀ, ਤੇ ਕਿੰਨੇ ਕੇਵਲ ਨਾਮ ਦੇ ਨੇ ਤੇ ਸਰਪੰਚੀਆਂ ਕੋਈ ਹੋਰ ਕਰ ਰਿਹਾ ਉਹਨਾਂ ਦੇ ਨਾਂ ਦੇ ਉੱਤੇ। ਇਸ ਲਈ ਹਕੀਕਤ ਜਿਹੜੀ ਸਮਾਜਿਕ, ਆਰਥਿਕ, ਸਿਆਸੀ ਉਹ ਇਹੋ ਜਿਹੀ ਹੈ ਕਿ ਜਿਹੜੀ ਬਹੁਤ ਜ਼ਿਆਦਾ ਇਸ ਪੱਧਰ ਦੇ ਉੱਤੋਂ ਬਹੁਤ ਵੱਡੀਆਂ ਤਬਦੀਲੀਆਂ ਦੀ ਮੰਗ ਕਰਦੀ ਹੈ। ਪਰ ਉਸ ਤਬਦੀਲੀ ਨਾਲ ਟੱਕਰ ਲਾਉਣ ਦੇ ਲਈ ਅਜੇ ਸਾਡੀ ਨਾ ਸਮਾਜ ਤਿਆਰ ਹੈ ਤੇ ਨਾ ਸਿਆਸੀ ਪਾਰਟੀਆਂ ਤਿਆਰ ਨੇ। ਔਰ ਜਦ ਕਿ ਇਹਦੇ 'ਚ ਇੱਕ ਬੜੇ ਵੱਡੀ ਤਬਦੀਲੀ ਸਿਆਸਤ ਦੇ ਨਾਲ ਸਮਾਜਿਕ ਇੱਕ ਤਬਦੀਲੀ ਦਾ ਇੱਕ ਬਹੁਤ ਵੱਡਾ ਮਾਹੌਲ ਦੀ ਲੋੜ ਹੈ। ਔਰ ਇਸੇ ਲਈ ਤੇ ਜਿਹੜਾ ਡਾਕਟਰ ਅੰਬੇਦਕਰ ਦਾ ਜਿਹੜਾ ਹੁਣ ਜਨਮ ਦਿਵਸ ਮਨਾਇਆ ਹੈ ਲੋਕਾਂ ਨੇ, ਡਾਕਟਰ ਅੰਬੇਦਕਰ ਇਸੇ ਕਰਕੇ ਇਹ ਕਹਿ ਰਹੇ ਸੀਗੇ ਲਗਾਤਾਰ ਕਿ ਜੇ ਦਲਿਤਾਂ ਦੀ ਨੁਮਾਇੰਦਗੀ, ਦਲਿਤਾਂ 'ਚੋਂ ਲੀਡਰਸ਼ਿਪ ਪੈਦਾ ਕਰਨੀ ਹੈ, ਜਦੋਂ ਇਹ ਸਵਾਲ ਆਇਆ ਮਤਲਬ ਸੰਵਿਧਾਨ ਘੜਨੀ ਸਭਾ ਦੇ ਸਾਹਮਣੇ, ਤਾਂ ਡਾਕਟਰ ਅੰਬੇਦਕਰ ਨੇ ਇੱਕ ਅਲੱਗ ਟਾਈਪ ਦਾ ਤਰੀਕਾ ਰੱਖਿਆ ਸੀ। ਉਹ ਤਰੀਕਾ ਇਹ ਸੀ ਕਿ ਦਲਿਤਾਂ ਨੂੰ ਵੀ ਆਪਣੇ ਤੋਂ ਵਿੱਚੋਂ ਹੀ ਵੋਟ ਪਾ ਕੇ, ਜਿਵੇਂ ਅੰਗਰੇਜ਼ਾਂ ਨੇ ਪਹਿਲਾਂ ਕੀਤਾ ਸੀ ਨਾ ਕਿ ਹਿੰਦੂ, ਮੁਸਲਿਮ, ਸਿੱਖ ਦੇ ਆਧਾਰ ਤੇ ਵੋਟ ਖੇਤਰ ਵੰਡਤੇ ਸੀ ਕਿ ਉਹਨਾਂ ਦੇ ਆਧਾਰ ਤੇ ਬਣੇਗਾ। ਉਹ ਕਹਿੰਦੇ ਸੀ ਆਜ਼ਾਦ ਭਾਰਤ 'ਚ 10 ਸਾਲਾਂ ਲਈ ਦਲਿਤਾਂ ਦੇ ਵਿੱਚੋਂ ਦਲਿਤਾਂ ਨੂੰ ਹੀ ਵੋਟ ਪਾਉਣ ਦੀ ਨੁਮਾਇੰਦਗੀ ਦੇ ਦਿਓ ਇੱਕ ਵਾਰ, ਤਾਂ ਉਹਨਾਂ 'ਚੋਂ 10 ਸਾਲਾਂ 'ਚ ਇੱਕ ਲੀਡਰਸ਼ਿਪ ਪੈਦਾ ਹੋਣ ਦੀ ਸੰਭਾਵਨਾ ਪੈਦਾ ਹੋ ਜਾਊਗੀ। ਉਦੋਂ ਬਾਅਦ ਇਹਨੂੰ ਹਟਾ ਲਿਓ ਤੇ ਉਦੋਂ ਬਾਅਦ ਸ਼ਾਇਦ ਇੱਕ ਬਰਾਬਰਤਾ ਦਾ ਇੱਕ ਮਾਹੌਲ ਬਣ ਜੇ। ਤੇ ਉਦੋਂ ਮਹਾਤਮਾ ਗਾਂਧੀ ਦੇ ਅਗਵਾਈ ਦੇ ਵਿੱਚ, ਜਾਂ ਮਹਾਤਮਾ ਗਾਂਧੀ ਨੇ ਤਾਂ ਮਰਨ ਵਰਤ ਰੱਖਤਾ ਸੀ, ਬਾਕੀ ਲੋਕਾਂ ਨੇ ਵੀ ਇਹਦਾ ਵਿਰੋਧ ਕੀਤਾ, ਤੇ ਉਦੋਂ ਇਹ ਕਿਹਾ ਕਿ ਨਹੀਂ, ਇਹ ਨਹੀਂ ਹੋ ਸਕਦਾ। ਤੇ ਉਦੋਂ ਪਬਲਿਕ ਪ੍ਰੈਸ਼ਰ 'ਚ ਅੰਬੇਦਕਰ ਨੂੰ ਪਿੱਛੇ ਹਟਣਾ ਪਿਆ, ਤੇ ਪਿੱਛੇ ਹਟ ਕੇ ਉਹਦੇ 'ਚੋਂ ਫਿਰ ਇਹ ਰਾਖਵਾਂ ਕਰਨ ਦਾ ਜਿਹੜਾ ਹਲਕਾ ਬਾਈਜ ਦੂਜਾ ਲੱਭਿਆ ਗਿਆ ਸੀ ਤਰੀਕਾ ਜਿਹੜਾ ਹੁਣ ਚੱਲ ਰਿਹਾ, ਇਹਦੇ 'ਚ ਅੰਬੇਦਕਰ ਦੀ ਨਹੀਂ ਚੱਲੀ। ਉਹਦੇ 'ਚ ਇਹ ਮੰਨਿਆ ਜਾ ਰਿਹਾ ਕਿ ਉਹੀ ਸਿਆਸੀ ਪਾਰਟੀਆਂ ਦੇ ਵਿੱਚੋਂ ਫਿਰ ਕੁਝ ਸੀਟਾਂ ਰਾਖਵੀਆਂ ਦੇ ਕੇ ਬਸ ਉੱਥੇ ਤੱਕ ਹੀ ਨਿਪਟਾਇਆ ਜਾ ਰਿਹਾ। ਔਰ ਵੱਡੇ ਪੱਧਰ 'ਤੇ ਪੋਲੀਟੀਕਲ ਧਿਰਾਂ ਦੇ ਵਿੱਚੋਂ ਪਾਰਟੀਆਂ ਦੀ ਦਰਜਾਬੰਦੀ ਦੇ ਵਿੱਚ, ਜਥੇਬੰਦੀਆਂ ਦੀ ਦਰਜਾਬੰਦੀ ਦੇ ਵਿੱਚ, ਮੰਤਰੀਆਂ ਦੀ ਦਰਜਾਬੰਦੀ ਦੇ ਵਿੱਚ, ਫੈਸਲਾ ਕਰਨ ਦੀ ਦਰਜਾਬੰਦੀ ਦੇ ਵਿੱਚੋਂ, ਚਾਹੇ ਕੇਂਦਰ ਦੀ ਸਰਕਾਰ ਹੋਵੇ ਚਾਹੇ ਸੂਬਿਆਂ ਦੀਆਂ ਸਰਕਾਰਾਂ ਹੋਣ, ਉਹਨਾਂ ਦਾ ਕਿੰਨਾ ਕੁ ਦਖਲ ਹੈ, ਕੀ ਹੈ, ਹਕੀਕਤ ਸਭ ਦੇ ਸਾਹਮਣੇ ਹੈ। ਇਸ ਲਈ ਤਬਦੀਲੀ ਉਸ ਤਰੀਕੇ ਨਾਲ ਨਹੀਂ ਹੁੰਦੀ ਇਕੱਲੀ, ਜਿੰਨਾ ਚਿਰ ਮਨ ਨਹੀਂ ਬਦਲਦੇ, ਜਿੰਨਾ ਚਿਰ ਫੈਸਲਾਕੁਨ ਤਾਕਤ ਦੇ ਵਿੱਚ ਭਾਗੀਦਾਰੀ ਨਹੀਂ ਹੁੰਦੀ। ਹਮੀਰ ਸਿੰਘ ਜੀ, ਸਿਆਸੀ ਪਾਰਟੀਆਂ ਨੇ ਅੱਜ ਤੱਕ ਜਿਹੜਾ ਹੈਗਾ ਦਲਿਤ ਵਰਗ ਨੂੰ ਸਿਰਫ ਵੋਟ ਬੈਂਕ ਵਜੋਂ ਦੇਖਿਆ ਹੈ ਵੀ ਕਿ ਇਹਨਾਂ ਦੀ ਵੋਟਾਂ ਲਓ, ਸਰਕਾਰ ਬਣਾਓ ਤੇ ਠੀਕ ਹੈ ਜੀ, ਇਹਨਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਕਰਨ ਲਈ ਕੋਈ ਪਹਿਲ ਕਦਮੀ ਨਹੀਂ ਕੀਤੀ। ਪਰ ਹੁਣ ਜਿਵੇਂ ਦੀ ਰਾਜਨੀਤਿਕ ਪਾਰਟੀਆਂ ਵੱਡੇ ਵੱਡੇ ਐਲਾਨ ਕਰ ਰਹੀਆਂ, ਤੁਹਾਨੂੰ ਲੱਗਦਾ ਹੈ ਵੀ ਕਿ ਦਲਿਤ ਵਰਗ ਦਾ ਜਿਹੜਾ ਆਉਣ ਵਾਲਾ ਭਵਿੱਖ ਸੁਨਹਿਰਾ ਹੋ ਸਕਦਾ, ਜਾਂ ਇਹਦਾ ਭਵਿੱਖ ਕਿਸ ਤਰ੍ਹਾਂ ਦੇਖਣ ਨੂੰ ਮਿਲੇਗਾ? ਨਹੀਂ, ਸਭ ਤੋਂ ਬੜਾ ਕੁਐਸਚਨ ਤਾਂ ਇਹ ਹੈ ਕਿ ਪੰਜਾਬ ਦਾ ਹੀ ਭਵਿੱਖ ਨਹੀਂ ਹੈ, ਪੰਜਾਬ ਦੇ ਭਵਿੱਖ ਦਾ ਏਜੰਡਾ ਨਹੀਂ ਹੈ। ਔਰ ਜਿਹੜਾ ਕਿਸਾਨ ਅੰਦੋਲਨ ਦੇ ਨਾਂ 'ਤੇ ਲੋਕ ਅੰਦੋਲਨ ਬਣਿਆ ਹੈ, ਇਹ ਅੰਦੋਲਨ ਦਾ ਸਭ ਤੋਂ ਪਹਿਲਾ ਪੁਆਇੰਟ ਇਹ ਹੈ ਕਿ ਇਹ ਸਾਡੀ ਹੋਂਦ ਦੀ ਲੜਾਈ ਹੈ। ਹੋਂਦ ਦੀ ਲੜਾਈ ਦਾ ਮਤਲਬ ਕੀ ਹੁੰਦਾ ਹੈ? ਹੋਂਦ ਦੀ ਲੜਾਈ 'ਚ ਇਕੱਲੀ ਕਿਸਾਨ ਦੀ ਹੋਂਦ ਦੀ ਨਹੀਂ, ਪੰਜਾਬੀਆਂ ਦੀ ਹੋਂਦ ਦੀ ਲੜਾਈ ਹੈ। ਹੋਂਦ ਦੀ ਲੜਾਈ ਦਾ ਮਤਲਬ ਉਹ 'ਚ ਵਪਾਰ ਵੀ ਨਹੀਂ ਟਿਕਣਾ, ਉਹਦੇ 'ਚ ਮਜ਼ਦੂਰੀ ਵੀ ਨਹੀਂ ਟਿਕਣੀ, ਉਹ 'ਚ ਕਿਸਾਨੀ ਵੀ ਨਹੀਂ ਟਿਕਣੀ, ਉਹਦੇ 'ਚ ਕੋਈ ਮੁਲਾਜ਼ਮੀਅਤ ਨਹੀਂ ਟਿਕਣੀ, ਉਹਦੇ 'ਚ ਸਮੁੱਚੇ ਵਰਗ ਦੀ, ਪੰਜਾਬ ਦੀ ਹੋਂਦ ਬਚੂਗੀ ਜਾਂ ਨਾ ਬਚੂਗੀ। ਇਸੇ ਕਰਕੇ ਅੰਦੋਲਨ ਦੀ ਧੁਰਾ ਕੀ ਹੈ? ਉਹ ਕਹਿੰਦੇ ਨੇ ਕਾਰਪੋਰੇਟ ਵਿਕਾਸ ਦਾ ਮਾਡਲ ਨੂੰ ਅਸੀਂ ਚੁਣੌਤੀ ਦੇ ਰਹੇ ਹਾਂ ਤੇ ਸਰਕਾਰ ਨੂੰ ਚੁਣੌਤੀ ਦੇ ਰਹੇ ਹਾਂ। ਹੁਣ ਇਹ ਸਾਰੀਆਂ ਧਿਰਾਂ ਜਿਹੜੀਆਂ ਨੇ, ਚਾਹੇ ਉਹ ਬੀਜੇਪੀ ਹੈ, ਅਕਾਲੀ ਦਲ ਹੈ, ਕਾਂਗਰਸ ਹੈ, ਆਮ ਆਦਮੀ ਪਾਰਟੀ ਹੈ, ਕਾਰਪੋਰੇਟ ਏਜੰਡੇ ਦੇ ਮੁਕਾਬਲੇ ਉਹਨਾਂ ਕੋਲ ਕਿਹੜਾ ਏਜੰਡਾ ਹੈ? ਉਹ ਕਾਰਪੋਰੇਟ ਦਾ ਜਿਹੜਾ ਖੇਤੀ ਮਾਡਲ ਹੋਏਗਾ, ਕਾਰਪੋਰੇਟ ਦਾ ਜਿਹੜਾ ਜਨਰਲ ਮਾਡਲ ਹੋਏਗਾ, ਸ਼ਹਿਰੀਕਰਨ ਦਾ, ਕਾਰਪੋਰੇਟ ਦਾ ਜਿਹੜਾ ਟੋਟਲ ਤੌਰ ਤਰੀਕਾ ਹੈ, ਉਹਦੇ ਮੁਕਾਬਲੇ ਤੁਸੀਂ ਕੀ ਲੜਾਈ ਲੜਨਾ ਚਾਹੁੰਦੇ ਹੋ? ਤੇ ਇਸੇ ਤਰ੍ਹਾਂ ਕੇਂਦਰਵਾਦ ਦਾ ਜਿਹੜਾ ਫੈਡਰਲਿਜ਼ਮ ਨੂੰ ਖਤਮ ਕਰਨ ਦਾ ਏਜੰਡਾ ਹੈ, ਉਹ ਦਿੱਲੀ ਦੇ ਵਿੱਚ ਵੀ ਕਰਤਾ ਲੈਫਟੀਨੈਂਟ ਜਨਰਲ ਨੂੰ ਦੇ ਕੇ, ਉਹ ਜੰਮੂ ਕਸ਼ਮੀਰ ਦੇ ਵਿੱਚ ਵੀ ਕਰਤਾ, ਮਤਲਬ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਕੇ। ਉਹ ਆ ਸਾਰੇ ਕਿਰਤ ਕਾਨੂੰਨਾਂ ਤੋਂ ਲੈ ਕੇ ਖੇਤੀ ਕਾਨੂੰਨਾਂ ਰਾਹੀਂ ਵੀ ਸਭ ਕੁਝ ਆਪਣੇ ਕੋਡ ਕਰ ਰਹੀਆਂ ਨੇ। ਤੇ ਇਹਨਾਂ ਪਾਰਟੀਆਂ ਕੋਲ ਕੀ ਏਜੰਡਾ, ਕੀ ਉਹਦੇ ਤੇ ਡਿਸਕਸ ਕਰ ਰਹੀਆਂ ਨੇ, ਕੀ ਉਹਦੇ ਤੇ ਮਤਲਬ ਕੰਮ ਕਰ ਰਹੀਆਂ ਨੇ? ਇਸ ਲਈ ਢਾਂਚਾਗਤ ਤਬਦੀਲੀ ਤੋਂ ਬਿਨਾਂ, ਸਿਸਟਮ ਦੇ ਵਿੱਚ ਤਬਦੀਲੀ ਦੇ ਗੱਲ ਕੀਤੇ ਤੋਂ ਬਿਨਾਂ, ਜਿਹੜਾ ਕੇਵਲ ਇਹ ਕਹਿੰਦੇ ਨੇ ਸਾਰੇ ਕਿ ਮੈਨੂੰ 22 'ਚ ਲਿਆਓ, ਮੈਂ ਤੁਹਾਡੇ ਬਾਰੇ ਨਿਆਰੇ ਕਰਦਾ, ਕੱਲਾ ਦਲਿਤਾਂ ਦਾ ਨਹੀਂ ਹੈ, ਕਿਸੇ ਦਾ ਵੀ ਕੱਖ ਨਹੀਂ ਹੋਣਾ, ਸਾਰਿਆਂ ਦਾ ਸਵਾਲ ਹੋ ਜਾਏ। ਉਹੋ ਜਿਹੇ ਨਾਅਰੇ ਹੋਣਗੇ ਜਿਵੇਂ ਇਦੋਂ ਪਹਿਲਾਂ ਅਮਰਿੰਦਰ ਸਿੰਘ ਨੇ ਕਿਹਾ ਘਰ ਘਰ ਵੋਟ, ਮੋਦੀ ਨੇ ਕਿਹਾ 2 ਕਰੋੜ ਨੌਕਰੀਆਂ, ਘਰ ਘਰ ਨੌ ਰੁਜ਼ਗਾਰ ਦੀ ਜਿਹੜੀ ਗੱਲ ਹੈ, ਔਰ ਇਸੇ ਤਰ੍ਹਾਂ ਕਿਹਾ ਬੇਅਦਬੀ ਦਾ, ਇਸੇ ਤਰ੍ਹਾਂ ਕਿਹਾ ਨਸ਼ੇ ਦਾ ਲੱਕ ਤੋੜ ਦਾਂਗੇ। ਜਿੰਨਾ ਕੁ ਉਹ ਵਾਅਦੇ 85% ਪੂਰੇ ਹੋ ਗਏ,
ਉਨੇ ਕੁ ਵਾਅਦੇ ਇਹਨਾਂ ਚੋਂ ਪੂਰੇ ਹੋ ਜਾਣਗੇ। ਇਹਨਾਂ ਚੋਂ ਤਾਂ ਉਨੇ ਵੀ ਨਹੀਂ ਹੋਣੇ, ਕਿਉਂਕਿ ਤੁਹਾਡੀ ਔਕਾਤ ਉਨੀ ਵੀ ਨਹੀਂ ਬਚਣੀ ਉਦੋਂ ਤੱਕ 2022 ਚ ਜਾਂਦੇ ਜਾਂਦੇ। ਇਸ ਕਰਕੇ ਇਹ ਜਿਹੜੇ ਨਾਅਰੇਬਾਜ਼ੀ ਹੈ ਇਹਦੇ ਚ ਵੋਟਾਂ ਤਾਂ ਲਈਆਂ ਜਾਂਦੀਆਂ ਨੇ। ਜਦੋਂ ਕਈ ਵਾਰ ਇਹ ਸੀ ਨਾ, ਲੋਕ ਝਿਜਕਦੇ ਨੇ ਇਹਨਾਂ ਗੱਲਾਂ ਤੇ ਗੱਲ ਕਰਦੇ। ਜਦੋਂ 2007 ਚ ਅਕਾਲੀ ਦਲ ਨੇ ਕਿਹਾ ਆਟਾ ਦਾਲ ਅਸੀਂ ਦੇਾਂਗੇ ਜੀ, ਉਦੋਂ ਕਾਂਗਰਸ ਨੇ ਨਾਅਰਾ ਦਿੱਤਾ ਸੀ 420 ਹੈ, ਇਹ ਦੇ ਨਹੀਂ ਸਕਦੇ। ਪਰ ਪਹਿਲੀ ਵਾਰ ਦਲਿਤਾਂ ਦਾ ਵੱਡਾ ਹਿੱਸਾ ਅਕਾਲੀ ਦਲ ਨੂੰ ਭੁਗਤ ਗਿਆ ਸੀ, ਇਸ ਕਰਕੇ ਕਿ ਸਾਡੀ ਲੋੜ ਹੈ। ਉਹ ਲੋੜ ਕਿੱਥੋਂ ਦਿਖਦੀ ਸੀ? ਉਹ ਲੋੜ ਇੱਥੋਂ ਦਿਖਦੀ ਸੀ ਕਿ ਰੋਜੀ ਰੋਟੀ ਦੇ ਸਾਧਨ ਉਹਨੇ ਵੀ ਨਹੀਂ ਬਚੇ ਕਿ ਉਹ ਆਪਣਾ ਆਟਾ ਤੇ ਕਣਕ ਜਾਂ ਬਾਕੀ ਆਪ ਖਰੀਦ ਸਕਣ। ਹੁਣ ਵੀ ਤੁਸੀਂ ਇਹੀ ਕਰ ਰਹੇ ਹੋ। ਲੋਕਾਂ ਨੂੰ ਰੁਜ਼ਗਾਰ ਉਪਲਬਧ ਕਰਵਾਉਣ ਦੀ ਬਜਾਏ, ਲੋਕਾਂ ਦੀ ਆਮਦਨ ਵਧਾਉਣ ਦੀ ਬਜਾਏ, ਉਹਨਾਂ ਨੂੰ ਆਮਦਨ ਦੀ ਗਰੰਟੀ ਦਾ ਕੋਈ ਸਲੋਗਨ ਦੇਣ ਦੀ ਬਜਾਏ ਤੁਸੀਂ ਉੱਪਰ ਸਪਰੇਅ ਕਰ ਰਹੇ ਹੋ ਕਿ ਤੇਰਾ ਇੱਕ ਨੁਮਾਇੰਦਾ ਲੈ ਆਵਾਂਗੇ, ਤੇਰਾ ਇੱਕ ਨੁਮਾਇੰਦਾ ਨਹੀਂ ਲੈ ਆਵਾਂਗੇ। ਇਹਦੇ ਨਾਲ ਕੋਈ ਫਰਕ ਨਹੀਂ ਪੈਣਾ ਜ਼ਿੰਦਗੀਆਂ ਤੇ। ਜ਼ਿੰਦਗੀਆਂ ਇੱਕ ਵੱਡੇ ਸਵਾਲ ਦੇ ਮੂਹਰੇ ਖੜੀਆਂ ਨੇ, ਜਿਹੜੀ ਹੋਂਦ ਦੇ ਕੁਝ ਸਵਾਲ ਨੇ, ਉਹਨਾਂ ਨੂੰ ਐਡਰੈਸ ਕੀਤੇ ਬਿਨਾਂ ਪੰਜਾਬ ਦਾ ਭਵਿੱਖ ਤੇ ਉਹਦੇ ਵਿੱਚ ਰਹਿੰਦੇ ਹੋਏ ਦਲਿਤਾਂ ਦਾ ਭਵਿੱਖ ਜਾਂ ਕਿਸੇ ਹੋਰ ਦਾ ਸੁਰੱਖਿਅਤ ਨਹੀਂ ਰਹੂਗਾ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕਰਦੇ ਦੱਸਿਆ ਵੀ ਕਿ ਸਰਕਾਰਾਂ ਨੂੰ ਵੋਟ ਬੈਂਕ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਜਿਹੜਾ ਹੈਗਾ ਇੱਕ ਪਾਲਿਸੀ ਬਣਾਉਣੀ ਪਏਗੀ, ਇੱਕ ਰਣਨੀਤੀ ਬਣਾਉਣੀ ਪਏਗੀ, ਸਮਾਜ ਵਿੱਚ ਤਬਦੀਲੀ ਲਿਆਉਣੀ ਪਏਗੀ ਤਾਂ ਜੋ ਦਲਿਤ ਵਰਗ ਦੇ ਜੀਵਨ ਪੱਧਰ ਦੇ ਵਿੱਚ ਸੁਧਾਰ ਕੀਤਾ ਜਾਵੇ। ਉਹਨਾਂ ਨੂੰ ਮੁਫਤ ਆਟਾ ਦਾਲ ਦੀ ਨਹੀਂ ਬਲਕਿ ਰੁਜ਼ਗਾਰ ਦੀ ਲੋੜ ਹੈ। ਉਹਨਾਂ ਲਈ ਰੁਜ਼ਗਾਰ ਦੇ ਨਵੇਂ ਸਾਧਨ ਤਿਆਰ ਕੀਤੇ ਜਾਣ ਤਾਂ ਜੋ ਉਹ ਆਪਣਾ ਜੀਵਨ ਜਿਹੜਾ ਹੈ ਸੁਨਹਿਰੇ ਕਦਮਾਂ ਵੱਲ ਲਿਜਾ ਸਕਣ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ। ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਧੰਨਵਾਦ।